ਲਾਈਕ ਜੋ ਲਾਸਟ ਕਲਾਸ ਹੈ ਆਪਣੀ, ਲਾਸਟ ਕਲਾਸ ਦੇ ਵਿੱਚ ਆਪਾਂ ਦੋ ਕੀਵਰਡਸ ਕੀਤੇ ਸੀ, ਫਾਈਨਲ ਐਂਡ ਅਬਸਟਰੈਕਟ। ਠੀਕ ਹੈ ਨਾ, ਫਾਈਨਲ ਕੀਵਰਡ ਐਂਡ ਅਬਸਟਰੈਕਟ ਕੀਵਰਡ। ਫਾਈਨਲ ਮਤਲਬ ਜਿਸ ਨੂੰ ਆਪਾਂ ਫਾਈਨਲ ਵੇਰੀਏਬਲ ਜਿਸ ਨੂੰ ਚੇਂਜ ਨਹੀਂ ਕਰ ਸਕਦੇ, ਫੰਕਸ਼ਨ ਮੈਥਡ ਜਿਸ ਨੂੰ ਓਵਰਰਾਈਡ ਨਹੀਂ ਕਰ ਸਕਦੇ, ਫਾਈਨਲ ਕਲਾਸ ਜਿਸ ਨੂੰ ਇਨਹੈਰਿਟ ਨਹੀਂ ਕਰ ਸਕਦੇ। ਠੀਕ ਹੈ ਨਾ। ਅਬਸਟਰੈਕਟ ਮਤਲਬ ਜੋ ਜਿਸ ਦਾ ਇੰਸਟਾਂਸ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਉਸ ਨੂੰ ਆਪਾਂ ਡਾਇਰੈਕਟਲੀ ਯੂਜ਼ ਕਰਦੇ ਹਾਂ ਇਨਹੈਰੀਟੈਂਸ ਦੇ ਥਰੂ। ਮਤਲਬ ਪਹਿਲਾਂ ਇਨਹੈਰਿਟ ਕਰਾਂਗੇ ਉਸਦੇ ਪ੍ਰੋਪਰਟੀਜ਼ ਤੇ ਮੈਥਡਸ, ਦੈਨ ਉਸਦੇ ਪ੍ਰੋਪਰਟੀਜ਼ ਤੇ ਮੈਥਡ ਯੂਜ਼ ਹੋ ਸਕਦੇ ਆ। ਹੁਣ ਜਿਵੇਂ ਅਬਸਟਰੈਕਟ ਤੇ ਫਾਈਨਲ ਹੈ, ਵੈਸਾ ਹੀ ਇੱਕ ਆਪਣੇ ਕੋਲ ਹੈ ਸਟੈਟਿਕ। ਜੋ ਸਟੈਟਿਕ ਹੈ ਇਹ ਵੇਰੀਏਬਲ ਵੀ ਹੋ ਸਕਦਾ ਹੈ, ਸਟੈਟਿਕ ਵੇਰੀਏਬਲ, ਸਟੈਟਿਕ ਮੈਥਡ ਵੀ ਹੋ ਸਕਦਾ ਹੈ ਤੇ ਸਟੈਟਿਕ ਬਲੌਕ ਵੀ ਹੋ ਸਕਦਾ ਹੈ। ਇਹ ਬਲੌਕ ਆਪਾਂ ਕਿਸ ਨੂੰ ਬੋਲਦੇ ਹਾਂ? ਬੇਸਿਕਲੀ ਜਦੋਂ ਕਰਲੀ ਬ੍ਰੇਸਿਸ ਸਟਾਰਟ ਹੋ ਗਈਆਂ ਤੇ ਬੰਦ ਹੋ ਗਈਆਂ, ਇਹ ਬਲੌਕ ਹੈ। ਇਸ ਦੇ ਵਿੱਚ ਜਿੰਨੀਆਂ ਮਰਜ਼ੀ ਜਿਹੜੀਆਂ ਸਟੇਟਮੈਂਟਸ ਹੈ ਉਹ ਕੀ ਇੱਕ ਬਲੌਕ ਦੇ ਅੰਡਰ ਆ ਗਈਆਂ। ਠੀਕ ਹੈ ਨਾ। ਬਲੌਕ ਆਫ ਕੋਡ ਜਾਂ ਬਲੌਕ ਆਫ ਸਟੇਟਮੈਂਟ ਦਾ ਮਤਲਬ ਕੀ ਹੈ? ਜਿੱਥੇ ਕਰਲੀ ਬ੍ਰੇਸਿਸ ਸਟਾਰਟ ਹੋ ਰਹੀਆਂ ਤੇ ਕਰਲੀ ਬ੍ਰੇਸਿਸ ਕਲੋਜ਼ ਹੋ ਰਹੀਆਂ, ਇਹਦਾ ਵਿੱਚ ਵਾਲਾ ਪਾਰਟ ਇਜ਼ ਅ ਪਾਰਟ ਆਫ ਬਲੌਕ ਆਫ ਕੋਡ। ਠੀਕ ਹੈ। ਜੋ ਹੁਣ ਸਟੈਟਿਕ ਹੈ, ਸਟੈਟਿਕ ਵੇਰੀਏਬਲ ਵੀ ਹੋ ਸਕਦਾ ਹੈ, ਮੈਥਡ ਵੀ ਹੋ ਸਕਦਾ ਹੈ ਐਂਡ ਬਲੌਕ ਵੀ ਹੋ ਸਕਦਾ ਹੈ। ਹੁਣ ਆਪਾਂ ਸਟਾਰਟ ਕਰਦੇ ਹਾਂ ਵੇਰੀਏਬਲ ਤੋਂ। ਸਟੈਟਿਕ ਵੇਰੀਏਬਲ, ਅਗਰ ਨੈਟ ਦੀ ਪ੍ਰੋਬਲਮ ਆਈ ਤਾਂ ਦੱਸ ਦਿਓ, ਹੈ ਨਾ, ਕਿਉਂਕਿ ਮੈਸੇਜ ਆ ਰਿਹਾ ਵੀ ਨੈਟ ਨਹੀਂ ਚੱਲ ਰਿਹਾ ਕੁਛ ਜਾਂ ਸਿਗਨਲ ਵੀਕ ਹੈ। ਜੋ ਸਟੈਟਿਕ ਵੇਰੀਏਬਲ ਹੈ, ਸਟੈਟਿਕ ਵੇਰੀਏਬਲ ਹੈ ਜੋ ਕੀ ਹੁੰਦਾ ਆਪਣਾ ਕਾਮਨ ਟੂ all the objects। common to all the objects, ਇਸ ਦਾ ਮਤਲਬ ਕੀ ਹੈ? static variable is mainly referred to a class, it is a class variable not a object variable। like ਆਪਾਂ ਇੱਕ ਸਿੰਪਲ ਐਗਜ਼ਾਮਪਲ ਸਮਝਦੇ ਹਾਂ ਸਟੈਟਿਕ ਵੇਰੀਏਬਲ ਦੀ। ਲਾਈਕ ਸਟੂਡੈਂਟ ਕਲਾਸ ਹੈ, ਉਸ 'ਚ ਹੈ ਨੇਮ, ਏਜ, ਰੋਲ ਨੰਬਰ, ਮੋਬਾਈਲ ਨੰਬਰ, ਈਮੇਲ ਐਡਰੈਸ। ਆਪਾਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਯੂਨੀਵਰਸਿਟੀ ਦੀ। ਠੀਕ ਹੈ ਨਾ, ਸਪੈਸੀਫਿਕ ਯੂਨੀਵਰਸਿਟੀ ਦੇ ਅਕੋਰਡਿੰਗ। ਇੱਥੇ ਮੈਂ ਇੱਕ ਲਿਖੇ ਕਾਲਜ ਨੇਮ, ਜਾਂ ਆਪਾਂ ਲਿਖਦੇ ਹਾਂ HOD ਨੇਮ, HOD। ਜੋ ਕਲਾਸ ਹੈ ਇਹ ਆਪਾਂ ਗੱਲ ਕਰ ਰਹੇ ਹਾਂ ਸਟੂਡੈਂਟ CSE। ਆਪਾਂ ਇੰਨੀ ਇਹ ਗੱਲ, ਇੱਕ ਕਲਾਸ ਬਣਾਈ ਸਟੂਡੈਂਟ CSE, ਉਸ 'ਚ ਨੇਮ, ਏਜ, ਰੋਲ ਨੰਬਰ, ਦੈਨ ਮੋਬਾਈਲ ਨੰਬਰ, ਈਮੇਲ ID ਤੇ ਇੱਕ ਹੈਗਾ HOD ਨੇਮ। ਹੁਣ ਇਸ ਦੇ ਵਿੱਚ ਅਗਰ 10 ਸਟੂਡੈਂਟ ਹੈ ਜਾਂ 100 ਸਟੂਡੈਂਟਸ ਹੈ ਆਪਣੇ ਕੋਲ, ਠੀਕ ਹੈ ਨਾ, ਕਿਹੜੀ ਚੀਜ਼ ਹੈ ਜਿਹੜੀ ਸਾਰਿਆਂ ਦੀ ਕਾਮਨ ਹੈ? ਨੇਮ ਸਾਰਿਆਂ ਦਾ ਕਾਮਨ ਹੈ? ਨਹੀਂ। ਏਜ ਵੀ ਅਲੱਗ-ਅਲੱਗ ਹੈ, ਰੋਲ ਨੰਬਰ ਵੀ ਅਲੱਗ-ਅਲੱਗ ਹੈ, ਮੋਬਾਈਲ ਨੰਬਰ, ਈਮੇਲ ID ਵੀ ਅਲੱਗ-ਅਲੱਗ ਹੋ ਸਕਦਾ ਹੈ। ਕੀ ਸਾਰਿਆਂ ਦਾ HOD ਅਲੱਗ-ਅਲੱਗ ਹੋ ਸਕਦਾ ਹੈ? ਹੈਡ ਆਫ ਡਿਪਾਰਟਮੈਂਟ? ਨਹੀਂ। HOD ਕੀ ਹੈ? ਸਾਰੇ ਡਿਪਾਰਟਮੈਂਟ ਦਾ ਜਾਂ ਸਾਰੇ ਸਟੂਡੈਂਟਸ ਦਾ ਕੀ ਹੈ? ਇੱਕ ਕਾਮਨ ਹੈ। ਠੀਕ ਹੈ। ਲਾਈਕ ਮੈਂ ਤੁਹਾਨੂੰ ਕੱਲ ਕਵਾਂ ਜਾਂ ਨੈਕਸਟ ਵੀਕ ਜਾਂ ਨੈਕਸਟ ਮੰਥ ਕਵਾਂ ਵੀ ਹੁਣ ਮੈਨੀ ਸਰ ਤੁਹਾਡੇ HOD ਨਹੀਂ ਹੈ, ਹੁਣ ਅਮਰਦੀਪ ਸਰ ਹੈ। ਇੱਕ ਸਟੂਡੈਂਟ ਨੂੰ ਮੈਂ ਬੁਲਾਇਆ CR ਨੂੰ ਵੀ CR ਅੱਜ ਤੋਂ ਤੁਹਾਡੇ ਜਿਹੜੇ ਮੈਨੀ ਸਰ ਹੈ ਉਹ HOD ਨਹੀਂ ਹੈ, ਅੱਜ ਤੋਂ ਅਮਰਦੀਪ ਸਰ ਹੈ। ਜਾਂ ਅੱਜ ਤੋਂ ਅਮਰਦੀਪ ਸਰ ਨਹੀਂ ਹੈ, ਅੱਜ ਤੋਂ ਮੈਨੀ ਸਰ ਹੈ। ਮੈਂ ਇੱਕ ਸਟੂਡੈਂਟ ਨੂੰ ਕਹਿਤਾ CR ਨੂੰ, ਕੀ ਇਕੱਲੇ ਦੇ CR ਦੇ HOD ਚੇਂਜ ਹੋ ਗਏ? HOD ਜੋ ਹੈਡ ਆਫ ਡਿਪਾਰਟਮੈਂਟ ਹੈ, ਇਕੱਲੇ CR ਦੇ ਚੇਂਜ ਹੋਏ ਕਿ ਪੂਰੇ ਡਿਪਾਰਟਮੈਂਟ ਦੇ ਜਾਂ ਪੂਰੇ ਕਲਾਸ ਦੇ ਚੇਂਜ ਹੋ ਗਏ? ਉਹ ਹੋ ਗਏ ਪੂਰੇ ਕਲਾਸ ਦੇ। ਠੀਕ ਹੈ ਨਾ। ਮਤਲਬ ਮੈਂ ਇੱਕ ਸਟੂਡੈਂਟ ਦਾ ਇੱਕ ਵੇਰੀਏਬਲ ਚੇਂਜ ਕਰਾਂ HOD, ਉਹ ਸਾਰਿਆਂ ਦਾ ਚੇਂਜ ਹੋਣਾ ਚਾਹੀਦਾ। ਦਿਸ ਮੀਨਸ ਇਹ ਵੇਰੀਏਬਲ ਕੀ ਹੋਣਾ ਚਾਹੀਦਾ? ਸਟੈਟਿਕ ਹੋਣਾ ਚਾਹੀਦਾ। ਪਲੱਸ ਇਸ ਨੂੰ ਕਲਾਸ ਵੇਰੀਏਬਲ ਕਿਉਂ ਕਹਿੰਦੇ ਆ? ਇਹ ਕਲਾਸ ਨੂੰ ਕਿਉਂ ਰੈਫਰ ਕਰਦਾ ਹੈ, ਆਬਜੈਕਟ ਨੂੰ ਕਿਉਂ ਨਹੀਂ ਕਰਦਾ? ਕਿਉਂਕਿ ਅਗਰ ਕੋਈ ਵੀ ਸਟੂਡੈਂਟ ਨਹੀਂ ਹੈ ਤੁਹਾਡੀ ਕਲਾਸ ਦੇ ਵਿੱਚ, ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜੋ ਸਟਿਲ ਐਗਜ਼ਿਸਟ ਕਰੂਗੀ? ਜਦੋਂ ਤੁਹਾਡੇ ਕਲਾਸ ਦੇ ਵਿੱਚ ਕੋਈ ਵੀ ਸਟੂਡੈਂਟ ਨਹੀਂ ਹੈ, ਸਪੋਜ਼ ਐਡਮਿਸ਼ਨ ਨਹੀਂ ਹੋਈ, ਠੀਕ ਹੈ ਨਾ, ਜੇ ਹਲੇ ਐਡਮਿਸ਼ਨ ਸਟਾਰਟ ਨਹੀਂ ਹੋਈ, ਕੋਈ ਵੀ ਸਟੂਡੈਂਟ ਨਹੀਂ ਹੈ, ਉਹ 'ਚੋਂ ਇੱਕ ਚੀਜ਼ ਸਟਿਲ ਐਗਜ਼ਿਸਟ ਕਰੂਗੀ, ਉਹ ਹੈ HOD ਨੇਮ। ਠੀਕ ਹੈ ਨਾ, ਹੈਡ ਆਫ ਡਿਪਾਰਟਮੈਂਟ।
वो चीज़ की है अपना एक स्टैटिक होना चाहिए। लाइक अपना टाइम टेबल बनया होया, मैं हर रोज़ ਆਪਾਂ ਟਾਈਮ ਸ਼ੇਅਰ ਕਰਦੇ ਹਾਂ ਵੀ ਇੰਨੇ ਵਜੇ ਤੁਹਾਡੀ ਕਲਾਸ ਹੈ, ਇੰਨੇ ਵਜੇ ਕਲਾਸ ਹੈ। ਇੱਕ ਦਿਨ ਮੈਂ ਸੀਆਰ ਨੂੰ ਕਹਿਤਾ ਅੱਜ ਵੀ ਅੱਜ 2 ਵਜੇ ਦੀ ਜਗ੍ਹਾ ਅੱਜ ਕਲਾਸ ਲੱਗੂਗੀ, ਜਿਵੇਂ ਅੱਜ ਦੀ ਗੱਲ ਹੈ ਵੀ 2 ਵਜੇ ਨਹੀਂ, ਅੱਜ 2:10 ਤੇ ਕਲਾਸ ਲੱਗੂਗੀ। ਕਿ ਇਕੱਲੀ ਸੀਆਰ ਦੀ ਕਲਾਸ 2:10 ਤੇ ਲੱਗੂਗੀ, ਬਾਕੀ ਸਟੂਡੈਂਟਾਂ ਦੀ 2 ਵਜੇ ਸਟਾਰਟ ਹੋਗੀ, ਐਸਾ ਤਾਂ ਨਹੀਂ ਹੈ। ਦਿਸ ਮੀਨਸ ਜਿਹੜਾ ਹੁਣ ਟਾਈਮ ਆਫ ਏ ਕਲਾਸ ਹੈ, ਦਿਸ ਮੀਨਸ ਉਹ ਕੀ ਹੈ, ਸਟੈਟਿਕ ਹੈ। ਇੱਕ ਸਟੂਡੈਂਟ ਦਾ ਮੈਂ ਚੇਂਜ ਕਰਾਂ ਆਟੋਮੈਟਿਕਲੀ ਬਾਕੀ ਸਾਰਿਆਂ ਦਾ ਵੀ ਆਪਣੇ ਆਪ ਚੇਂਜ ਹੋਣਾ ਚਾਹੀਦੀ ਹੈ। ਉਹ ਚੀਜ਼, ਉਹ ਪ੍ਰੋਪਰਟੀ ਕੀ ਹੋਣੀ ਚਾਹੀਦੀ ਹੈ, ਜਾਂ ਹੋਣੀ ਚਾਹੀਦੀ ਹੈ ਜਾਂ ਹੁੰਦੀ ਹੈ, ਉਹ ਪ੍ਰੋਪਰਟੀ ਹੁੰਦੀ ਹੈ ਸਟੈਟਿਕ। ਉਸ ਵੇਰੀਏਬਲ ਨੂੰ ਬਣਾਉਂਦੇ ਆਪਾਂ ਸਟੈਟਿਕ, ਜੋ ਕੀ ਹੁੰਦਾ ਹੈ ਸਾਰਿਆਂ ਦਾ ਕਾਮਨ ਹੁੰਦਾ। ਆਪਾਂ ਦੋ ਤਰ੍ਹਾਂ ਨਾਲ ਰੈਫਰ ਕਰਦੇ ਹਾਂ। ਸਟੈਟਿਕ ਵੇਰੀਏਬਲ ਮਤਲਬ ਕਾਮਨ ਟੂ ਆਲ ਦਾ ਆਬਜੈਕਟਸ, ਸਾਰੇ ਆਬਜੈਕਟਸ ਦਾ ਕਾਮਨ ਹੁੰਦਾ ਹੈ। ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਹੜਾ ਸਟੈਟਿਕ ਵੇਰੀਏਬਲ ਹੈ ਇਟ ਬਿਲੋਂਗਸ ਟੂ ਦਾ ਕਲਾਸ ਇਨਸਟੈਡ ਆਫ ਐਨ ਆਬਜੈਕਟ। ਇਹ ਆਬਜੈਕਟ ਨੂੰ ਬਿਲੋਂਗ ਨਹੀਂ ਕਰਦਾ, ਕਿਸ ਨੂੰ ਬਿਲੋਂਗ ਕਰਦਾ ਹੈ, ਕਲਾਸ ਨੂੰ ਬਿਲੋਂਗ ਕਰਦਾ ਹੈ। ਹੁਣ ਆਪਾਂ ਇੱਕ ਐਗਜ਼ਾਮਪਲ ਬਣਾ ਕੇ ਦੇਖਦੇ ਹਾਂ, ਛੋਟੀ ਜਿਹੀ, ਉਸ ਨਾਲ ਕਲੀਅਰ ਹੋ ਜਾਊਗਾ ਤੁਹਾਨੂੰ ਬਿਲਕੁਲ ਇਹ ਟੌਪਿਕ। ਬਹੁਤ ਸਿੰਪਲ ਜੀ ਐਗਜ਼ਾਮਪਲ ਬਣਾਉਂਦੇ ਹਾਂ ਆਪਾਂ ਸਟੈਟਿਕ ਵੇਰੀਏਬਲ ਦੀ। ਲਾਈਕ ਆਪਾਂ ਦੋ ਇੱਥੇ ਬਣਾ ਲਾਂ ਮੈਂ a ਇੰਟ b। ਇੱਕ ਆਪਣਾ ਇਨਪੁਟ ਫੰਕਸ਼ਨ ਹੈ ਜਿਸ 'ਚ ਆਪਾਂ ਵੈਲਿਊਜ਼ ਇਨਪੁਟ ਕਰ ਲਈਆਂ, ਇੱਕ ਆਪਣਾ ਆਊਟਪੁੱਟ ਹੈ ਜਿਸ 'ਚ ਆਪਾਂ ਵੈਲਿਊ ਡਿਸਪਲੇ ਕਰ ਲਈ। ਇਸ 'ਚ ਆਪਾਂ ਆਬਜੈਕਟ ਬਣਾ ਲਈਏ, ਫਸਟ x ਇਜ਼ ਇਕੁਅਲ ਟੂ ਨਿਊ ਫਸਟ। ਦੋ ਆਬਜੈਕਟ ਬਣਾ ਲੈਂਦੇ x ਤੇ y। x ਡਾਟ ਇਨਪੁਟ 3,4, y dot input 10,20, x dot output y dot output। ਠੀਕ ਹੈ, ਥੋੜੇ ਜਿਹਾ ਇਸ ਨੂੰ ਪਹਿਲਾਂ ਆਪਾਂ ਇੱਕ ਵਾਰ ਚੈੱਕ ਕਰਦੇ ਹਾਂ, ਠੀਕ ਹੈ, ਥੋੜਾ ਸਮਝਦੇ ਹਾਂ, ਫਿਰ ਆਪਾਂ ਇਸ ਨੂੰ ਅੱਗੇ ਐਕਸਪਲੇਨ ਕਰਦੇ ਹਾਂ। ਲਾਈਕ ਹੁਣ ਆਪਾਂ ਕੀਤਾ ਕੀ ਹੈ ਇਸ ਐਗਜ਼ਾਮਪਲ ਦੇ ਕੇਸ ਦੇ ਵਿੱਚ, ਇੱਕ ਕਲਾਸ ਬਣਾਈ ਫਸਟ, ਠੀਕ ਹੈ, ਉਸ 'ਚ ਆਪਣੇ ਦੋ ਵੇਰੀਏਬਲ ਹੈ a ਤੇ b। ਇਨਪੁਟ ਵਿਦ ਆਰਗੂਮੈਂਟ ਬਣਾ ਲਿਆ, a ਤੇ b ਦੀ ਵੈਲਿਊ ਸੈੱਟ ਕਰ ਲਈ, ਆਊਟਪੁੱਟ 'ਚ ਆਪਾਂ ਉਹ ਵੈਲਿਊ ਡਿਸਪਲੇ ਕਰ ਲਈ। ਉਸ ਕਲਾਸ ਦੇ ਆਪਾਂ ਦੋ ਆਬਜੈਕਟ ਬਣਾਏ x ਤੇ y। ਹੁਣ ਇਹ ਕੁਝ ਐਸਾ ਹੈ, ਜਦੋਂ ਮੈਂ ਇਸ ਦਾ ਆਬਜੈਕਟ ਬਣਾਇਆ ਇੱਕ x ਇੱਕ y, ਜਿਹੜੀ ਇਸ ਨੂੰ ਮੈਮਰੀ ਮਿਲੀ ਉਹ ਬੇਸਿਕਲੀ ਕਿੰਨੇ ਬਾਈਟਸ ਮਿਲੇ, 8 ਬਾਈਟਸ, ਕਿਉਂਕਿ ਦੋ ਇੰਟੀਜ਼ਰ ਹੈ। ਠੀਕ ਹੈ, ਦੋ ਇੰਟੀਜ਼ਰ ਹੈ, ਇੱਕ ਇੰਟ a ਇੰਟ b, 4 ਬਾਈਟਸ ਦੇ ਟੋਟਲ ਕਿੰਨੇ ਹੋ ਗਏ ਆਪਣੇ, 8 ਬਾਈਟਸ ਹੋ ਗਏ। ਸਿਮਿਲਰਲੀ y ਨੂੰ ਵੀ 8 ਬਾਈਟਸ ਮਿਲ ਗਏ। ਇਹ ਹੈ a, ਇਹ ਹੈ b, ਇਹ ਹੈ a, ਇਹ ਹੈ b। x ਡਾਟ ਇਨਪੁਟ a ਦੀ ਵੈਲਿਊ 3, b ਦੀ ਵੈਲਿਊ 4, y ਡਾਟ ਇਨਪੁਟ y ਦੀ ਵੈਲਿਊ 10, ਸੌਰੀ a ਦੀ ਵੈਲਿਊ 10, b ਦੀ ਵੈਲਿਊ 20। ਠੀਕ ਹੈ ਨਾ, ਇਹ 3 4 ਇਸ 'ਚ ਗਏ, ਇਸ 'ਚੋਂ ਆਪਾਂ ਕਾਪੀ ਕਰ ਲਿਆ। ਜਦੋਂ ਮੈਂ x ਨੂੰ ਪ੍ਰਿੰਟ ਕਰੂੰਗਾ, ਆਊਟਪੁੱਟ x ਕੀ ਆ ਜਾਊਗਾ, a ਇਕੁਅਲ ਟੂ 3, b ਇਕੁਅਲ ਟੂ 4। ਸਿਮਿਲਰਲੀ ਜਦੋਂ y ਨੂੰ ਪ੍ਰਿੰਟ ਕੀਤਾ ਉਦੋਂ ਆ ਗਿਆ a ਇਕੁਅਲ ਟੂ 10, b ਇਕੁਅਲ ਟੂ 20। ਕਿਉਂਕਿ ਇਹ ਦੋਨਾਂ ਨੂੰ ਜੋ ਵੇਰੀਏਬਲਸ ਹੈ, ਦੋਨੇ ਆਬਜੈਕਟਸ ਹੈ, ਉਹਨਾਂ ਨੂੰ ਜੋ ਮੈਮਰੀ ਐਲੋਕੇਟ ਹੁੰਦੀ ਹੈ ਉਹ ਦੋਨੇ ਅਲੱਗ-ਅਲੱਗ ਹੈ। ਇਸ x ਦੀ ਅਲੱਗ ਹੈ, ਇਸ y ਦੀ ਅਲੱਗ ਹੈ। ਜਦੋਂ x ਡੋਟ ਇਨਪੁਟ ਕੀਤਾ ਹੈ ਉਸਨੇ x ਦੀਆਂ ਵੈਲਿਊਜ਼ ਸੈੱਟ ਕਰਨੀਆਂ, ਜਿਸ ਜਗ੍ਹਾ ਤੇ x ਹੈ, ਜਿਸ ਪੁਆਇੰਟ ਤੇ x ਹੈ, ਉਹਦਾ ਸਕੋਪ ਕੱਲਾ ਇੰਨਾ ਕੁ ਹੈ x ਦਾ। ਸਿਮਿਲਰਲੀ y ਦਾ ਇਹ ਹੈ, ਜਦੋਂ y ਡੋਟ ਕੀਤਾ ਤਾਂ ਉਸਨੇ a ਪਾਰਟ ਚਲਾਇਆ। ਸਿਮਿਲਰਲੀ ਜਦੋਂ ਆਊਟਪੁੱਟ ਕੀਤਾ ਹੈ ਉਦੋਂ ਵੀ ਉਹ ਚੀਜ਼ ਚੱਲੀ ਹੈ।
आप इस प्रोग्राम ਨੂੰ ਇੱਕ ਵਾਰ ਰਨ ਕਰਕੇ ਦੇਖਦੇ ਹਾਂ, ਕੋਈ ਸਿੰਟੈਕਸ ਐਰਰ ਨਾ ਹੋਵੇ ਇਸ 'ਚ। Java test 3 Java test 3 अपना फाइल नेम की है टेस्ट, आप ਇਹਨੂੰ ਸੇਵ ਕਰ ਲਈਏ। डी ਦੇ ਵਿੱਚ ਐਰਰ ਆਉਣਾ ਨਹੀਂ ਚਾਹੀਦਾ ਸੀ ਵੈਸੇ, तो ਕੀ ਪ੍ਰਿੰਟ ਕਰ ਰਹੇ हैं टेस्ट 5 कर लेने एक बार। ठीक है, A3B4 ये X का है, A3B4 Y का A10 B20। इस जगह अपना प्रोग्राम क्यों नहीं चल रहा सी, चलो बाद चो देखते हैं पर। ठीक है, X इनपुट 3-4 जो आउटपुट किया 3-4 प्रिंट हो गया, सिमिलरली उस दे विच की प्रिंट हो गया, Y की हो गया अपना 10-20 प्रिंट हो गया। हुण इन्हां दे विचों एक नूं मैं कर लेना स्टैटिक, सपोज ए नूं कर लिया मैं स्टैटिक। ठीक है, ए वेरीएबल ए जो है उसनूं मैं की बना लिया स्टैटिक, होर कोई चेंजिस नहीं की। हुण स्टैटिक का मतलब की है, स्टैटिक मीनस कॉमन टू ऑल द ऑब्जेक्ट्स। मतलब हुण यह पार्ट जो है अपना ये कुछ इस वे नाल बनूगा, एक अपने कोल X है, एक अपने कोल Y है। X दा B Y दा B, जो नॉन स्टैटिक है वो किहड़े हुंदे आ, ऑब्जेक्ट नूं बिलोंग करदे हुंदे आ। जिहड़ा A है, A इज़ ए स्टैटिक, दिस मीनस A बिलोंग टू ए क्लास। जिहड़ा A है एक क्लास नूं बिलोंग करदा है। यह की है कॉमन टू ऑल द ऑब्जेक्ट्स। कुछ इस तरीके डायग्राम बनू। ठीक है, A जिहड़ा है X ते Y दा कॉमन है, बिकॉज वो की है स्टैटिक है। जिहड़ा B है वो X दा अलग है, Y दा अलग है। हुण जो मैं नीचे इत्थे चेंजिस वैल्यू सप्लाई की 3,4, ए दी वैल्यू की है 3, बी दी कितनी है 4। दिस मीन्स वाई दा ए भी कितना हो गया 3 हो गया। क्लियर है ना, क्योंकि ये सेम बिलोंग कर रहे हैं। नैक्सट लाइन की है हुण 10,20, ए दी वैल्यू कितनी होगी 10, ये वैल्यू होगी अपनी ओवरराइट। हुण 3 नहीं रही, हुण कितनी रही 10। बी दी वैल्यू कितनी होगी अपनी 20। ਜਦੋਂ ਹੁਣ मैं X प्रिंट करूँगा, X डॉट आउटपुट A दी वैल्यू कितनी प्रिंट होनी चाहिए 3 के 10, 10, बिकॉज वो वैल्यू की होगी ओवरराइट। A10 B4 A10 B20, बिकॉज A की है उसका कॉमन है। इसमें सेव कर लिए। ठीक है, A दी वैल्यू हुण कितनी प्रिंट हो रही है इस जगह पे 10, X ਦੇ ਕੇਸ ਦੇ ਵਿੱਚ ਵੀ। ਕਿਉਂ? ਕਿਉਂਕਿ ਸੇਮ ਇਹ ਫਿਗਰ ਤੁਸੀਂ ਦੇਖਣੀ ਹੈ ਵੀ ਜਿਹੜਾ A ਹੈ ਉਹ ਦੋਨਾਂ ਦਾ ਕੀ ਹੈ ਕਾਮਨ ਹੈ। ਜਿਵੇਂ ਆਪਾਂ ਲਿਆ HOD ਨੇਮ, ਕਾਲਜ ਨੇਮ, ਕਲਾਸਰੂਮ ਨੰਬਰ। ਠੀਕ ਹੈ ਨਾ, ਤੁਹਾਡਾ ਇੰਚਾਰਜ, ਟੀਚਰ ਇੰਚਾਰਜ, ਕੋਈ ਵੀ ਕਾਮਨ ਚੀਜ਼ ਹੈ ਜਿਹੜੀ। ਠੀਕ ਹੈ, ਤੁਹਾਡੀ ਨੈਸ਼ਨੈਲਿਟੀ ਜੇ ਆਪਾਂ ਇੱਕ ਕੰਟਰੀ ਦੇ ਆ ਤਾਂ ਦਿਸ ਮੀਨਸ ਉਹ ਸਾਰੀ ਚੀਜ਼ ਕੀ ਆਪਣੀ ਕਾਮਨ ਹੈ। ਜੇ ਸਪੋਜ਼ ਆਪਾਂ ਇੱਕ ਦਾ ਵੇਰੀਏਬਲ, ਇੱਕ ਦਾ ਆਪਾਂ ਕਹਿ ਰਹੇ ਹਾਂ ਵੀ HOD ਨੇਮ ਜਾਂ ਡਿਪਾਰਟਮੈਂਟ ਨੇਮ ਜਾਂ ਕਾਲਜ ਨੇਮ ਚੇਂਜ ਹੈ, ਦਿਸ ਮੀਨਸ ਉਹ ਸਾਰੇ ਸਟੂਡੈਂਟਸ ਦਾ ਚੇਂਜ ਹੋਊਗਾ, ਸਾਰੇ ਆਬਜੈਕਟਸ ਦਾ ਚੇਂਜ ਹੋਊਗਾ। ਇਹ ਚੀਜ਼ ਕੀ ਹੈ ਆਪਣਾ ਸਟੈਟਿਕ ਵੇਰੀਏਬਲ, ਜਿਹੜਾ ਕੀ ਹੁੰਦਾ ਕਾਮਨ ਟੂ ਆਲ ਦਾ ਆਬਜੈਕਟਸ। ਸੈਕਿੰਡ ਹੈਗਾ ਆਪਣਾ ਸਟੈਟਿਕ ਮੈਥਡ। ਸਟੈਟਿਕ ਮੈਥਡ ਮਤਲਬ ਇੱਕ ਫੰਕਸ਼ਨ ਦੇ ਅੱਗੇ ਮੈਂ ਲਿਖ ਦਿੰਦਾ ਸਟੈਟਿਕ। ਹੁਣ ਜੋ ਸਟੈਟਿਕ ਮੈਥਡ ਹੈ, ਸਟੈਟਿਕ ਜਿਹੜਾ ਮੈਥਡ ਹੈ ਉਸ ਦੀਆਂ ਕੁਝ ਕੈਪੇਬਿਲਿਟੀ ਹੈ ਸਟੈਟਿਕ ਮੈਥਡਸ ਦੀਆਂ। ਇੱਕ ਤਾਂ ਉਹ ਵਿਦਆਊਟ ਆਬਜੈਕਟ ਰਨ ਹੋ ਸਕਦਾ ਹੈ,
ਵਿਦਆਊਟ ਆਬਜੈਕਟ ਐਗਜ਼ੀਕਿਊਟ ਹੋ ਸਕਦਾ ਹੈ, ਮਤਲਬ ਆਬਜੈਕਟ ਦੇ ਨਾਲ ਵੀ ਚੱਲ ਸਕਦਾ ਹੈ, ਵਿਦਆਊਟ ਆਬਜੈਕਟ ਵੀ ਚੱਲ ਸਕਦਾ। ਵਿਦਆਊਟ ਆਬਜੈਕਟ ਮੀਨਸ ਵਿਦ ਕਲਾਸ ਨੇਮ, ਉਹ ਕਲਾਸ ਨੇਮ ਦੇ ਨਾਲ ਐਗਜ਼ੀਕਿਊਟ ਹੋ ਸਕਦਾ। ਜਿਵੇਂ ਤੁਹਾਨੂੰ ਯਾਦ ਹੋਣਾ ਸਟਾਰਟਿੰਗ ਵਾਲੀ ਕਲਾਸਿਸ ਦੇ ਵਿੱਚ ਆਪਾਂ ਇੱਕ ਵਰਡ ਯੂਜ਼ ਕੀਤਾ ਸੀ, ਇੱਕ ਮੈਥਡ ਇੰਟੀਜ਼ਰ ਡਾਟ ਪਾਰਸ ਇੰਟ, ਠੀਕ ਹੈ, ਇੰਟੀਜ਼ਰ ਡਾਟ ਪਾਰਸ ਇੰਟ। ਹੁਣ ਪਾਰਸ ਇੰਟ ਮੈਥਡ ਹੈ, ਉਹ ਡਾਇਰੈਕਟਲੀ ਕਿਹਦੇ ਨਾਲ ਚੱਲ ਰਿਹਾ, ਕਲਾਸ ਨੇਮ ਦੇ ਨਾਲ ਚੱਲ ਰਿਹਾ। ਦਿਸ ਮੀਨਸ ਇਹ ਕਿਹੜਾ ਮੈਥਡ ਹੈ, ਸਟੈਟਿਕ ਮੈਥਡ ਹੈ, ਤਾਂ ਹੀ ਉਹ ਕਲਾਸ ਨੇਮ ਦੇ ਨਾਲ ਚੱਲ ਰਿਹਾ। ਅਗਰ ਇਹ ਸਟੈਟਿਕ ਨਾ ਹੁੰਦਾ ਫਿਰ ਸਾਨੂੰ ਪਹਿਲਾਂ ਇਸ ਕਲਾਸ ਦਾ ਆਬਜੈਕਟ ਬਣਾਉਣਾ ਪੈਂਦਾ ਹੈ, ਫਿਰ ਉਸ ਆਬਜੈਕਟ ਦੇ ਥਰੂ ਆਪਾਂ ਉਹ ਮੈਥਡ ਚਲਾਉਂਦੇ, ਠੀਕ ਹੈ ਨਾ। ਸਿੰਪਲ ਯਾਦ ਰੱਖਣ ਲਈ ਫਿਲਹਾਲ ਆਪਾਂ ਕੀ ਯਾਦ ਰੱਖਣਾ ਹੈ, ਜਿਹੜਾ ਸਟੈਟਿਕ ਮੈਥਡ ਹੈ ਉਹ ਕੀ ਹੋ ਸਕਦਾ ਹੈ, ਵਿਦਆਊਟ ਆਬਜੈਕਟ ਐਗਜ਼ੀਕਿਊਟ ਹੋ ਸਕਦਾ ਹੈ, ਮੀਨਸ ਵਿਦ ਦਾ ਨੇਮ ਆਫ ਇਟਸ ਕਲਾਸ, ਉਹ ਕਲਾਸ ਨੇਮ ਨਾਲ ਚੱਲ ਸਕਦਾ ਹੈ। Plus static method can contain only static members, ਜਿਹੜੇ ਗਲੋਬਲ ਜਾਂ ਕਲਾਸ ਵੇਰੀਏਬਲ ਜਿਹੜੇ ਆਪਾਂ ਮੈਥਡ ਦੇ ਅੰਦਰ ਯੂਜ਼ ਕਰਨੇ ਆ ਉਹ ਸਟੈਟਿਕ ਹੀ ਯੂਜ਼ ਹੋ ਸਕਦੇ ਆ। ਨੌਨ ਸਟੈਟਿਕ ਮੈਥਡਸ ਜਾਂ ਨੌਨ ਸਟੈਟਿਕ ਵੇਰੀਏਬਲਸ ਆਪਾਂ ਉਸ ਦੇ ਵਿੱਚ ਯੂਜ਼ ਨਹੀਂ ਕਰ ਸਕਦੇ। ਇਸ ਦਾ ਮਤਲਬ ਕੀ ਹੈ, ਲਾਈਕ ਆਪਾਂ ਇਹ ਜਿਹੜੀ ਐਗਜ਼ਾਮਪਲ ਬਣਾਈ ਹੈ ਇੱਥੇ ਤੱਕ ਠੀਕ ਹੈ, ਆਊਟਪੁੱਟ ਨੂੰ ਸਟੈਟਿਕ ਬਣਾ ਲਿਆ, ਸੇਮ ਪ੍ਰੋਗਰਾਮ ਇਹ ਹੈ। ਇਸ 'ਚ ਐਰਰ ਕੀ ਆਊਗਾ ਆਪਣਾ, ਨॉन स्टैटिक वेरिएबल b कैन नॉट बी रेफरेंस्ड फ्रॉम ए स्टैटिक कॉन्टेक्स्ट, ठीक है भी b किस टाइप का है, अपना नॉन स्टैटिक है। तो ਜਿਹੜਾ ਇਹ ਬਲੌਕ ਚੱਲ ਰਿਹਾ ਹੈ ਇਹ ਕਿਸ ਟਾਈਪ ਦਾ ਬਲੌਕ ਚੱਲ ਰਿਹਾ ਹੈ, ਇਹ ਚੱਲ ਰਿਹਾ ਸਟੈਟਿਕ ਬਲੌਕ ਚੱਲ ਰਿਹਾ ਹੈ। ਦਿਸ ਮੀਨਸ b ਨੂੰ ਆਪਾਂ ਇਸ ਜਗ੍ਹਾ ਤੇ ਯੂਜ਼ ਨਹੀਂ ਕਰ ਸਕਦੇ, ਠੀਕ ਹੈ ਨਾ। ਸਿੰਪਲ ਜੋ ਯਾਦ ਰੱਖਣਾ ਹੈ ਉਹ ਕੇਵਲ ਇੰਨੀ ਕੀ ਗੱਲ ਯਾਦ ਰੱਖਣੀ ਹੈ, ਸਟੈਟਿਕ ਮੈਥਡਸ ਦੇ ਵਿੱਚ ਕੇਵਲ ਤੇ ਕੇਵਲ ਸਟੈਟਿਕ ਮੈਂਬਰਸ ਹੀ ਹੋ ਸਕਦੇ ਆ। ਉਸ ਦੇ ਅੰਦਰ ਤੁਸੀਂ ਵੇਰੀਏਬਲ ਕ੍ਰੀਏਟ ਕਰ ਲਓ, ਉਹ ਅਲੱਗ ਗੱਲ ਹੈ, ਬਟ ਜਿਹੜਾ ਉਹਨੇ ਕਲਾਸ ਦੇ ਮੈਂਬਰ ਜਿਹੜੇ ਯੂਜ਼ ਕਰਨੇ ਆ ਉਹ ਕਿਹੜੇ ਯੂਜ਼ ਹੋ ਸਕਦੇ ਆ, ਕੇਵਲ ਸਟੈਟਿਕ ਹੀ ਹੋ ਸਕਦੇ ਆ। ਹੁਣ ਇਸ ਕੇਸ ਦੇ ਵਿੱਚ ਜਦੋਂ ਆਪਾਂ ਪ੍ਰੋਗਰਾਮ ਚਲਾ ਕੇ ਦੇਖਿਆ ਆਪਣਾ ਕੀ ਐਰਰ ਆ ਗਿਆ, ਕੀ ਐਰਰ ਆ ਗਿਆ ਵੀ b ਜਿਹੜਾ ਹੈ ਉਹ ਨॉन ਸਟੈਟਿਕ ਹੈ ਤੇ ਆਪਾਂ ਉਸਨੂੰ ਸਟੈਟਿਕ ਦੇ ਅੰਦਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਮੈਂ ਇਸ ਨੂੰ ਚਲਾਉਣਾ ਚਾਹੁੰਦਾ ਪ੍ਰੋਗਰਾਮ ਨੂੰ, ਦਿਸ ਮੀਨਸ ਮੈਨੂੰ b ਨੂੰ ਇੱਥੋਂ ਕੱਟਣਾ ਪੈਣਾ, ਇਹ ਚੀਜ਼ ਹੈ ਨਾ। ਬਿਕੋਜ਼ ਜਿਹੜਾ ਸਟੈਟਿਕ ਮੈਥਡ ਹੈ ਉਸ ਦੇ ਅੰਦਰ ਇਕੱਲੇ ਸਟੈਟਿਕ ਵੇਰੀਏਬਲ ਹੀ ਹੋ ਸਕਦੇ ਆ। ਦੇਖਿਆ ਗਿਆ ਮੈਥਡ ਮੇਨ java.lang ਵਿੱਚ ਤਾਂ ਨਹੀਂ ਐਰਰ ਆਉਣਾ ਚਾਹੀਦਾ ਸੀ। ਚਲੋ ਆਪਾਂ ਇਸ ਨੂੰ ਕਲਾਸ ਨੇਮ ਦੇ ਨਾਲ ਰਨ ਕਰਕੇ ਦੇਖਦੇ ਹਾਂ ਪ੍ਰੋਗਰਾਮ ਨੂੰ, x.output ਤੇ ਇਸ ਨੂੰ ਆਪਾਂ ਇਨੀਸ਼ੀਅਲਾਈਜ਼ ਨਹੀਂ ਕੀਤੀ ਸੀ ਵੈਲਿਊ, ਤਾਂ ਐਰਰ ਆਇਆ। ਬਿਕੋਜ਼ ਹੁਣ ਇੱਥੇ ਐਰਰ ਕਿਉਂ ਆਇਆ, ਕਿਉਂਕਿ ਜਿਹੜਾ ਜਾਵਾ ਹੈ ਉਹ ਉਸ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਹੈ, ਪਹਿਲਾਂ ਹੀ ਉਹਨੂੰ ਪਤਾ ਲੱਗਦਾ ਕੁਝ ਐਰਰ ਆ ਸਕਦੇ ਆ। ਜਿਵੇਂ ਸਪੋਜ਼ ਇਸ ਕੇਸ ਦੇ ਵਿੱਚ ਆਊਟਪੁੱਟ ਮੈਥਡ ਕੀ ਹੈ, ਸਟੈਟਿਕ, ਉਹ ਵਿਦਆਊਟ ਆਬਜੈਕਟ ਚੱਲ ਸਕਦਾ ਹੈ। ਹੁਣ ਇੱਥੇ ਮੈਂ ਉਸ ਨੂੰ ਚਲਾ ਰਿਹਾ ਆਬਜੈਕਟ ਦੇ ਨਾਲ, ਉੱਥੇ 10 ਪ੍ਰਿੰਟ ਹੋ ਗਿਆ। ਸਪੋਜ਼ ਮੈਂ ਇਹ ਆਬਜੈਕਟ ਕ੍ਰੀਏਟ ਹੀ ਨਾ ਕਰਾਂ, ਠੀਕ ਹੈ ਨਾ, ਆਬਜੈਕਟ ਦੀ ਜ਼ਰੂਰਤ ਹੀ ਨਹੀਂ, ਇਸ ਨੂੰ ਮੈਂ ਡਾਇਰੈਕਟਲੀ ਇਸ ਕਲਾਸ ਨੇਮ ਨਾਲ ਹੀ ਚਲਾ ਸਕਦਾ, ਮਤਲਬ ਫਸਟ ਡਾਟ ਆਊਟਪੁੱਟ, ਠੀਕ ਹੈ। ਟੈਸਟ 5 ਹੁਣ ਆਨਸਰ ਕੀ ਆ ਗਿਆ ਆਪਣਾ, a ਦੀ ਵੈਲਿਊ ਕਿੰਨੀ 1, ਇਸ ਕਰਕੇ ਇੱਥੇ ਐਰਰ ਆਇਆ ਸੀ ਆਪਣਾ ਸਟਾਰਟਿੰਗ ਦੇ ਵਿੱਚ ਵੀ ਆਪਾਂ ਉਸ ਨੂੰ ਮੈਥਡ ਨੂੰ ਚਲਾ ਲਿਆ ਉਸਨੇ, ਬਟ ਉੱਥੇ a ਦੀ ਵੈਲਿਊ ਕੀ ਇਨੀਸ਼ੀਅਲਾਈਜ਼ ਹੈ, ਸਾਨੂੰ ਉਹ ਇਨੀਸ਼ੀਅਲਾਈਜੇਸ਼ਨ ਦੇਣੀ ਪੈਣੀ ਜਦੋਂ ਆਪਾਂ ਸਟੈਟਿਕ ਵੇਰੀਏਬਲ ਨੂੰ ਸਟੈਟਿਕ ਮੈਥਡ ਦੇ ਅੰਦਰ ਯੂਜ਼ ਕਰ ਰਹੇ ਹਾਂ। ਚਲੋ ਇਹ ਕਨਫਿਊਜ਼ਨ ਵਾਲੀ ਗੱਲ ਨਹੀਂ, ਆਪਾਂ ਮੇਨ ਕੀ ਯਾਦ ਰੱਖਣਾ ਹੈ, ਜਿਹੜਾ ਸਟੈਟਿਕ ਮੈਥਡ ਹੈ ਉਸ ਦੇ ਅੰਦਰ ਕੀ ਯੂਜ਼ ਕਰਨਾ ਹੈ ਆਪਾਂ, ਇੱਕ ਤਾਂ ਇਕੱਲੇ ਸਟੈਟਿਕ ਵੇਰੀਏਬਲ ਹੀ ਯੂਜ਼ ਹੋ ਸਕਦੇ ਆ, ਦੂਸਰਾ ਉਸ ਨੂੰ ਆਪਾਂ ਵਿਦਆਊਟ ਆਬਜੈਕਟ ਵੀ ਚਲਾ ਸਕਦੇ ਹਾਂ। ਵਿਦ ਆਬਜੈਕਟ ਤਾਂ ਚੱਲ ਹੀ ਸਕਦਾ ਹੈ, ਆਪਾਂ ਉਹਨੂੰ ਡਾਇਰੈਕਟਲੀ ਕਲਾਸ ਨੇਮ ਨਾਲ ਵੀ ਚਲਾ ਸਕਦੇ ਹਾਂ, ਇਸ ਤਰੀਕੇ ਤਾਂ ਚੱਲ ਹੀ ਸਕਦਾ ਉਹ, ਜਿਵੇਂ ਆਪਾਂ ਪਹਿਲਾਂ ਐਗਜ਼ਾਮਪਲ ਕੀਤੀ ਸੀ।
कंपाइल करिए पहला, फिर रन करिए। ए की वैल्यू कितनी आ गई एक्स की 10, वाई की ए की वैल्यू कितनी आ गई 10, ठीक है ना। विद ऑब्जेक्ट चल गया। सिमिलरली जो स्टैटिक है ਉਹਦੀ कैपेबिलिटी के अकॉर्डिंग वो विदाउट ऑब्जेक्ट भी चल सकता है। विदाउट ऑब्जेक्ट ਉਹ ਕਿਹੜੀ वैल्यू, ਈਵਨ ਆਪਾਂ ਇਹ ਵੀ ਕਰ ਸਕਦੇ ਹਾਂ ਵੀ ਆਪਾਂ ਉਸ ਨੂੰ ਸੈਟ ਵੈਲਿਊਜ਼ ਉਹਦੀ ਕਿਸੇ ਹੋਰ ਮੈਥਡ ਦੇ ਨਾਲ ਸੈੱਟ ਕਰ ਦਈਏ। ਫਸਟ ਡਾਟ ਆਊਟਪੁੱਟ, ਹੁਣ ਆਊਟਪੁੱਟ ਮੈਥਡ ਇੱਕ ਵਾਰ ਮੈਂ ਇੱਥੇ ਚਲਾਇਆ, ठीक है, एक बार इस जगह ते चलाया लास्ट दे विच, दोनों बार आपां क्लास नेम दे नाल चला लिया। पहली बार आंसर कितनी आ गई वैल्यू 1, क्योंकि स्टार्टिंग दे विच आपां कोई वैल्यू सैट नहीं की, उदों इनिशियलाइजेशन दे अकॉर्डिंग 1 आ गई। दैन आपां दो ऑब्जेक्ट बनाए, एक दे विच आपां उसदी वैल्यू 3 करती, नैक्सट दे विच 10 करती। हुण लास्ट वैल्यू जिहड़ी स्टोर है 10 सेव है, उसनूं मैं एक्स दे नाल भी चला ਲਾਂ, चाहे वाई नाल चला ਲਾਂ, चाहे डायरैक्ट क्लास नेम नाल चला ਲਾਂ, उसकी आउटपुट की आ गई अपनी 10। ये की है अपना स्टैटिक ऑब्जेक्ट, सॉरी स्टैटिक मैथड। स्टैटिक मैथड की कैपेबिलिटी है, वो विदाउट ऑब्जेक्ट चल सकता है डायरैक्टली क्लास नेम के नाल। सिमिलरली एक आपां स्टैटिक ब्लॉक भी बना सकते हैं। स्टैटिक ब्लॉक जिहड़ा आप मेन क्लास बनाया स्टैटिक ब्लॉक, जिहड़ा मेन वो अपना स्टैटिक है वो अपना मेन तो पहला एग्जीक्यूट होगा। स्टैटिक ब्लॉक जिहड़ा है अपना, ये स्टैटिक ब्लॉक है, ਇਹਦੀ ਐਗਜ਼ੀਕਿਊਸ਼ਨ ਕਦੋਂ ਹੁੰਦੀ ਹੈ, ਮੇਨ ਤੋਂ ਵੀ ਪਹਿਲਾਂ। ਮਤਲਬ ਉਹਨੇ ਸਭ ਤੋਂ ਪਹਿਲਾਂ ਕੀ ਪ੍ਰਿੰਟ ਕੀਤਾ ਹੈ, ਸਟੈਟਿਕ ਹੈਲੋ ਸਟੈਟਿਕ। ਇਹ ਕੀ ਆਪਣਾ ਸਟੈਟਿਕ ਬਲੌਕ, स्टैटिक मेथड, ये की है स्टैटिक वेरिएबल। क्या स्टैटिक वेरिएबल, स्टैटिक मेथड ते स्टैटिक ब्लॉक, जिहड़ी अपनी एक एग्जांपल है स्टैटिक दी, इसनूं मैं चैट दे विच पा दूंगा। ठीक है, जो स्टैटिक है, जो बेसिक अपना स्टैटिक कीवर्ड है, सिंपल आप एक बार छोटा जिहा रिवाइज कर लेने। स्टैटिक कीवर्ड दे विच की हो सकता है, जो स्टैटिक है वो वेरिएबल भी हो सकता है, स्टैटिक मैथड भी हो सकता है, तो स्टैटिक ब्लॉक भी हो सकता है। जो स्टैटिक वेरिएबल है ये की हुंदा है, कॉमन टू ऑल द ऑब्जेक्ट्स या बिलोंग टू क्लास। जो स्टैटिक मैथड है it can contain only static variables, and जो static method है वो execute हो सकता है without object या with class name भी execute कर सकते हैं। static block की है जे आप मेन फंक्शन तो उत्ते static block बना सकते हैं जो मेन की execution तो भी पहला चलता है। ठीक है, चलो अज इन्ना की करते हैं। ठीक है।